but it's up to you. Right, so let me share my screen and we'll do the mains analysis. Before that, ਇੱਕ ਗੱਲ I'll say ਕਿ ਬਈ ਲਾਸਟ ਟਾਈਮ ਵਾਲੇ ਜਿਹੜੇ ਵੀ ਮੇਨਸ ਵਾਲੇ ਐਸਪੀਰੈਂਟ ਸੀਗੇ PCS ਵਾਲੇ ਸਾਡੇ ਬੈਚ ਦੇ ਨਾਲ more than 90% were selected and ਪੇਪਰ ਇਉਂ ਮਤਲਬ ਇਦਾਂ ਆਇਆ ਕਿ ਬਈ ਲੋਕਾਂ ਨੇ ਐਲੀਗੇਸ਼ਨ ਹੀ ਲਾਣਾ ਸ਼ੁਰੂ ਕਰਤਾ ਕਿ ਆਪਾਂ ਲੀਕ ਕਰਾ ਕੇ ਇੰਪੋਰਟੈਂਟ ਟੌਪਿਕਸ ਦੀ ਲਿਸਟ ਦਈ ਹੈ. I'll share with you the screenshots of those topics with the date that it is pre-decided ਕਿ ਬਈ ਮੇਨਸ ਤੋਂ ਬਾਅਦ ਆਪਾਂ ਅੰਡਰਲਾਈਨ ਕਰ ਕਰਕੇ ਨਹੀਂ ਦਈਆਂ ਕਿ ਮੈਂ ਕਰਾਇਆ ਸੀਗਾ. ਰਾਈਟ, ਰਿਜ਼ਲਟਸ ਵੀ ਬੋਲਦੇ ਆ ਨਾਲ ਦੇ ਨਾਲ everything else speaks. ਬਾਕੀ ਉਹੀ ਗੱਲ ਜਿਹੜੇ ਮਾਨ ਸਾਹਿਬ ਕਹਿੰਦੇ ਆ ਕਿ ਬਈ ਰਿਜ਼ਲਟ ਲੋਕਾਂ ਨੇ ਕਲੇਮ ਕੀਤੇ 3, 2 ਨੇ ਕਲਾਸ ਨਹੀਂ ਲਾਈ ਤੇ ਤੀਜਾ ਦਿਸਿਆ ਹੀ ਨਹੀਂ ਹੈ ਨਾ, ਤੇ ਪੜ੍ਹਿਆ ਹੀ ਨਹੀਂ. ਸੋ ਉਹੀ ਗੱਲ ਕੀਤੀ, we never claimed any kind of result, right? Anyhow, so let's start the session about this analysis on mains. So the broad analysis, we'll discuss other things tomorrow, the details in component wise analysis. So yeah, it is as simple as that. It is very simple to predict at least 80% of PPSC mains. ਜਿੱਦਾਂ ਲਿਖ ਕੇ ਲੈ ਜਾਓ ਕਿ ਮਹਾਰਾਜਾ ਰਣਜੀਤ ਸਿੰਘ ਜੀ ਤੇ ਇੱਕ ਸਵਾਲ ਆਉਂਦਾ ਹੀ ਆਉਂਦਾ, ਹਰ ਸਾਲ ਆਉਂਦਾ. ਸੋ ਐਜ਼ ਯੂ ਨੋ ਦਾ ਪੈਟਰਨ ਸਰ, ਇੱਧਰ 100 ਨੰਬਰ ਦਾ ਇੰਗਲਿਸ਼ ਦਾ ਪੇਪਰ ਹੋਣਾ, 100 ਨੰਬਰ ਦਾ ਪੰਜਾਬੀ ਦਾ ਆਣਾ. I'll say briefly because I believe you know it. 100 ਇੰਗਲਿਸ਼ 100 ਪੰਜਾਬੀ ਦੋਨੋਂ ਮੈਰਿਟ ਚ ਕਾਊਂਟ ਹੋਣੇ, ਇਟਸ ਨਾਟ ਕੁਆਲੀਫਾਈਂਗ. 150 ਐਸੇ 100% ਪ੍ਰੀ ਰਿਟਨ ਐਸੇ ਦਊਂਗਾ ਯਾਰ, ਟੈਨਸ਼ਨ ਲੈਣ ਦੀ ਲੋੜ ਹੀ ਨਹੀਂ. ਪਿਛਲੀ ਵਾਰ ਵੀ ਆਪਾਂ ਇਦਾਂ ਹੀ ਕੀਤਾ, ਰੱਟਾ ਚਾਹੇ ਮਾਰ ਦੇਣਾ, ਕੋਈ ਚੱਕਰ ਨਹੀਂ. ਰਾਈਟ, 150 ਐਸੇ, then GS papers 1, 2, 3 and 4 all 250 marks, 250 each. Right, so 1000 for GS and 100 and 150. So this makes it 1350 in total. There is no optional in Punjab PPSC, right? Civil services cho optional nahi hai sir. So this makes it easier. Punjabi makes it, let's say it is the difference creator along with English. GS we'll get more than average because we predict topics and they appear. ਐਸੇ ਸਰ ਪ੍ਰੀ ਰਿਟਨ ਹੀ ਮਿਲ ਜਾਊਗਾ, ਡੋਂਟ ਵਰੀ ਐਟ ਆਲ. ਤੁਸੀਂ ਜਸਟ ਜੇ ਐਸੇ 'ਚ ਨਹੀਂ ਵੀ ਵਧੀਆ ਤਾਂ ਇਹਨੂੰ ਮੋਡੀਫਾਈ ਕਰ ਲਿਓ, ਨਹੀਂ ਵੀ ਵਧੀਆ ਤਾਂ ਜੋ ਚੀਜ਼ ਕਹੀ ਗਈ ਹੈ ਸਕੂਲ ਦੇ ਵਾਂਗ ਉਹਨੂੰ ਰੱਟ ਕੇ ਬਸ ਕਾਪੀ ਪੇਸਟ ਕਰ ਆਇਓ ਹਰ ਸਾਲ. ਸਰ ਸਿੰਸ 10 years ਆਈ ਐਮ ਟੀਚਿੰਗ, ਸੋ ਤਦ ਦਾ ਲੈ ਕੇ ਅੱਜ ਤੱਕ ਜਿਹੜਾ ਵੀ ਐਸੇ ਬੈਚ ਆਪਾਂ ਕਰਾਇਆ ਉਹਦੇ ਤੋਂ ਇੱਕ ਅੱਧਾ ਟੌਪਰ ਨਿਕਲਿਆ ਆਉਂਦਾ. ਰਾਈਟਿੰਗ ਮੈਟਰ ਕਰਦੀ ਹੈ ਤੇ ਐਡੀਸ਼ਨਸ ਮੈਟਰ ਕਰਦੀ ਹੈ. ਕਈ ਲੋਕੀ ਵਿੱਚ ਕੋਟੇਸ਼ਨ ਜ਼ਿਆਦਾ ਵਧੀਆ ਪਾ ਦਿੰਦੇ ਆ, ਕਈਆਂ ਦੀ ਪ੍ਰੈਜੈਂਟੇਸ਼ਨ ਵਧੀਆ ਹੁੰਦੀ ਹੈ, ਕਈਆਂ ਦੀ ਸਟੋਰੀ ਵਧੀਆ ਹੁੰਦੀ ਹੈ. ਇੱਕ ਪਿਛਲੀ ਵਾਰ ਤਾਂ ਐਂ ਵੀ ਹੋਇਆ ਕਿ ਬਈ ਚਾਰਲੀ ਚੈਪਲਿਨ ਵਾਲੀ ਗੱਲ ਹੋ ਗਈ. ਵਨਸ ਅਪੋਨ ਅ ਟਾਈਮ ਚਾਰਲੀ ਚੈਪਲਿਨ ਦੀ ਬੈਸਟ ਐਕਟਿੰਗ ਕੌਣ ਕਰ ਸਕਦਾ ਹੈ ਕੰਟੈਸਟ ਚੱਲ ਰਿਹਾ ਸੀਗਾ, ਦੈਟ ਹੂ ਕੈਨ ਇਨੈਕਟ ਚਾਰਲੀ ਚੈਪਲਿਨ ਦੀ ਬੈਸਟ. ਚਾਰਲੀ ਚੈਪਲਿਨ ਨੇ ਆਪ ਭਾਗ ਲਿਆ ਇਹਦੇ 'ਚ ਜੀ, ਇਸ ਕੰਪੀਟੀਸ਼ਨ 'ਚ. ਚਾਰਲੀ ਚੈਪਲਿਨ ਹਿਮਸੈਲਫ took part and he got the second rank. Somebody else acted better or copied Charlie Chaplin better than he himself. So this is what happened in last year. Agricultural essay ਆਇਆ ਸੀਗਾ. So predict ਕੀਤਾ ਹੋਇਆ ਸੀ, pre-written ਦਿੱਤਾ ਹੋਇਆ ਸੀ. Somebody replicated that essay and got 4 marks more than even me. 4 more than me and she was I think the highest scorer in essay last year. But ਚਲੋ ਉਹਨਾਂ ਦੀ handwriting, ਉਹਨਾਂ ਦੀ presentation ਮੇਰੇ ਤੋਂ better ਹੋਣੀ ਹੈ. Anyhow, so this is what I said earlier ਕਿ ਬਈ ਸਾਨੂੰ ਕਰਪਸ਼ਨ ਐਲੀਗੇਸ਼ਨ ਇਸ ਲਈ ਲੱਗੀ ਸੀ ਬਿਕੋਜ਼ 100% ਲਗਭਗ ਤੈਅ ਹੋ ਗਿਆ ਸੀ ਪੇਪਰ ਵੀ WHO ਆਉਣਾ, ਮਹਾਰਾਜਾ ਰਣਜੀਤ ਸਿੰਘ ਆਉਣਾ, ਬਟ ਨਥਿੰਗ ਆਫ ਦੈਟ ਸੌਰਟ ਵਾਸ ਟਰੂ. ਆਲ ਦੋਜ਼ ਵਰ ਜਸਟ ਐਲੀਗੇਸ਼ਨਸ. ਜੇ ਇੱਦਾਂ ਕੁਛ ਹੁੰਦਾ ਤਾਂ ਆਪਾਂ ਕਲਾਸ 'ਚ ਨਹੀਂ ਜੇਲ੍ਹ 'ਚ ਹੋਣਾ ਸੀਗਾ, ਰਾਈਟ? ਦੈਟ ਡਜ਼ ਨਾਟ ਸਟੈਂਡ ਟਰੂ ਐਟ ਆਲ. ਸੋ ਗੋਇੰਗ ਫਰਦਰ ਜੀ, ਬ੍ਰੌਡ ਮੇਨਸ ਐਨਾਲਿਸਿਸ. ਫਰਸਟ ਐਸੇ ਦੀ ਗੱਲ ਕਰੀਏ ਆਪਾਂ. what is this predictions galore ਯਾਰ? ਐਸੇ 'ਚ ਨਾ I'll give you 6 topics. don't worry, ਉਹਦੇ ਬਾਅਦ ਐਸੇ ਨਹੀਂ ਆਣੇ ਵਾਲਾ. don't worry at all. earlier I used to say ਕਿ hopefully ਆ ਜਾਊਗਾ, but ਹੁਣ PPSC 'ਚ 2 ਵਾਰ, HCS ਹਰਿਆਣਾ ਵਾਲੇ 'ਚ 2 ਵਾਰ, HAS 'ਚ 1 ਵਾਰ, ਇਹ ਸਾਰੀ ਜਗ੍ਹਾ ਟਰੂ ਹੋ ਗਿਆ. ਤਾਂ ਯਾਰ ਬਰੋਡ ਥੀਮਸ 6 ਹੀ ਦੇਵਾਂਗੇ, 20 ਨਹੀਂ ਦੇਣੀ.
6 ਦਵਾਂਗੇ ਤੇ ਪ੍ਰੀ ਰਿਟਨ ਐਸੇ ਦੇ ਦਾਂਗੇ ਇਹਦੇ ਤੇ although you'll get essay practice as well, test paper as well, but ਇਹ 6 ਚੋਂ ਆ ਜਾਣਾ ਇਹਨਾਂ ਨੂੰ ਡਿਵੈਲਪ ਮੋਡੀਫਾਈ ਕਰਦੇ ਰਹੋ and we'll do that, don't worry at all about essay 150 ਚੋਂ ਆਪਾਂ ਕੋਸ਼ਿਸ਼ ਕਰਨੀ ਹੈ ਵੀ 116 ਤੋਂ 120 ਤੱਕ ਚੱਲ ਜਾਈਏ ਬਾਕੀ ਤੁਸੀਂ 150 ਤੋਂ 150 ਲਓ who stops you, right? So GS1 sir, as we know the syllabus history ਵਗੈਰਾ ਹੁੰਦਾ ਇਹਦੇ ਚ ਸੋ ਹਿਸਟਰੀ ਵਰਲਡ ਹਿਸਟਰੀ ਦਾ ਇੱਕੋ ਸਵਾਲ ਹੈ ਸਰ 15 ਨੰਬਰਾਂ ਵਾਲਾ ਇਹਦੇ ਅੰਦਰ ਵੀ ਜਾਵਾਂਗੇ we'll do that tomorrow. Then world history is 15 marks, ancient and medieval and culture is 20 marks, modern is 25 over here sir. Post independence see ਕਿਤਾਬਾਂ ਪੜ੍ਹ ਲਓ ਇੰਡੀਆ ਆਫਟਰ ਗਾਂਧੀ 500 800 1000 ਪੇਜ ਨਹੀਂ ਤਾਂ ਕਲਾਸਾਂ ਲਾ ਲਓ ਮਹਾ ਲੈਕਚਰ ਲਾ ਲਓ ਨੰਬਰ ਕਿੰਨਾ ਆਇਆ ਅੰਡਾ so don't worry about this too much. Then geography sir 45 marks but the difference maker lies over here which we neglect. We can pre-form the answers of Indian society. Women te aana hai sir, urbanization te aana hai, migration te aana hai, globalization te aana hai. ਇੰਨਾ ਚਾਰਾਂ ਟੌਪਿਕ ਤੋਂ 2023 ਹੋਏ ਪੇਪਰ 24 ਹੋਏ ਪੇਪਰ ਆਣਾ ਹੀ ਆਣਾ ਸੋ ਪ੍ਰੀਪੇਅਰ ਥੀਸ ਵੈਲ देयर कैन बी इंटरल आया कि विमेन ते अर्बनाइजेशन का की इफेक्ट है विमेन ते माइग्रेशन का की इफेक्ट है विमेन ते ग्लोबलाइजेशन का की इफेक्ट है या विमेन ते कोविड का की इफेक्ट है वो चीज़ां सोसाइटी च आनी है तो वी कैन प्री फॉर्म द स्ट्रक्चर्स अराउंड वुमेन नॉट वुमेन बट वुमेन टॉपिक urbanization etc. So it is easy to do this and 70 marks is a lot sir. Then human values and ethics 20 marks. Mind you ethics here this is for me this is the difference maker because the 4 E's I specialize in is economics ethics essay right so essay and ethics ਵਾਲੀ ਚੀਜ਼ ਨੂੰ ਨਾ ਆਪਾਂ ਡਿਟੇਲਸ ਚ ਥੋੜਾ ਜਿਹਾ ਕਵਰ ਕਰਾਂਗੇ ਇੱਕ ਗੱਲ ਕਿ ਇਹ 20 ਮਾਰਕਸ ਚੰਗੇ ਲੱਗਦੇ ਸਾਰਿਆਂ ਨੂੰ ਅਕ੍ਰੋਸ ਪੇਪਰ ਸਪਰੈਡ ਨੇ ਤਾਂ 40-50 ਮਾਰਕਸ ਬਣ ਜਾਣੇ ਨੇ ਰਾਈਟ ਗਵਰਨੈਂਸ ਵਾਲੇ ਪੇਪਰ 'ਚ ਵੀ ਆਣਗੇ ਐਥਿਕਸ ਵਾਲੀਆਂ ਗੱਲਾਂ ਬਟ ਗਿਵਨ ਨਹੀਂ ਹੈ ਇਹਦੇ 'ਚ ਐਥਿਕਸ ਡਿਫਰੈਂਟਲੀ ਬਟ ਵੀਲ ਕਵਰ ਇਟ ਸੈਪਰੇਟਲੀ ਰਾਈਟ ਸੋ this would be made easier for you understanding based and the concepts would be made clear. Then Punjab 55 marks sir Punjab ਇਹਦੇ ਚ ਰਣਜੀਤ ਸਿੰਘ ਸਾਹਿਬ ਨੇ ਆਣਾ ਮਿਸਲਸ ਨੇ ਆਣਾ ਸਿੱਖ ਹਿਸਟਰੀ ਨੇ ਆਣਾ ਤੇ ਇੱਕ ਜੀਓਗ੍ਰਾਫੀ ਆਫ ਪੰਜਾਬ ਤੋਂ ਆਣਾ so all these would be deciphered tomorrow don't worry. Right then GS2 constitution and polity ने 90 marks बनाए ने governance ने 65 marks बनाए ने this is likely to increase obviously decision making etc भी तो आना है वो आगे जाके compensate भी हो जाएगा. Then IR is 95 marks. IR ना ये favorite है PPSC ਦਾ ਤੇ ਇਹਨੂੰ please ਜ਼ਿਆਦਾ ਧਿਆਨ ਨਾਲ ਪੜ੍ਹਨਾ ਹੈ ਬਾਕੀ polity constitution ਦੇ questions answer ਹੋ ਜਾਂਦੇ ਆ because we have knowledge about that. IR ਨੂੰ ਥੋੜਾ ਜਿਹਾ IR ਦਾ ਚਲੋ ਇੱਕ ਗੱਲ ਇੱਧਰ ਹੀ ਕਰ ਲੈਂਦੇ ਆਨਸਰ ਰਾਈਟਿੰਗ ਵਾਲੀ ਯਾਰ IR ਜੇ ਕਵਰ ਕਰ ਰਹੇ ਆ ਆਪਾਂ ਡੋਂਟ ਗੋ ਫॉर ਕਿ ਬਈ ਮੈਂ ਮੇਨਸ 365 ਪੜ੍ਹ ਲਈ ਇਹ ਪੜ੍ਹ ਲਿਆ ਨਹੀਂ ਯੂ ਸ਼ੁੱਡ ਹੈਵ ਅ ਬੇਸਿਕ ਬ੍ਰੌਡ ਫਰੇਮਵਰਕ ਸਰ ਇੱਕ ਤਾਂ ਬੇਸਿਕਸ ਆਫ IR ਨੇ ਇੰਡੀਆ ਦੇ ਅਰਾਊਂਡ ਕੁਐਸਚਨ ਆਣਾ ਸੋ ਵੀ ਸ਼ੁੱਡ ਨੋ ਨੇਬਰਹੁੱਡ ਪਾਲਿਸੀ ਕੀ ਹੈ ਲੁੱਕ ਈਸਟ ਤੋਂ ਐਕਟ ਈਸਟ ਕਦ ਟ੍ਰਾਂਸਫਰ ਹੋਇਆ ਐਕਟ ਈਸਟ then Sagar mission वो security वाला security net security provider वाला then connect central asia वाला जी look west act west ਉਹ वाला policy जी ਤੇ ਇੰਡੀਆ ਦਾ US ਨਾਲ policy ਜੀ so this is the broad static framework of IR. Then the big issues sir for example Indo-US the current issues all those LEMUA etc cards are and then the other things which are to be written as keywords in IR. For example, one great keyword I'll give you that India needs to create dependency bonds in the supply chain of the globe. ਇਹ ਕਿਸੇ ਵੀ IR ਦੇ ਆਨਸਰ ਚ ਗੇ ਰਿਹਾ ਉਹ ਅੱਧਾ ਨੰਬਰ ਫਾਲਤੂ ਹੀ ਦਊਗਾ ਸਰ ਸੋ ਦਿਸ ਇਜ਼ ਹਾਊ ਵੀਲ ਮਾਰਨੇ ਆਪਾਂ ਟੌਪਿਕ ਕੰਟੈਂਟ ਕਵਰ ਨਹੀਂ ਕਰਨਾ ਆਪਾਂ ਸਮਝ ਨੂੰ ਸਟਰਕਚਰ ਨੂੰ ਅੰਡਰਸਟੈਂਡ ਕਰਕੇ ਮੇਨਸ ਨੂੰ ਅਟੈਂਪਟ ਕਰਨਾ ਮੇਨਸ ਇਜ਼ ਨਾਟ ਅਬਾਊਟ ratifying things. That is, if you are writing the mains, it is clear that you have ample of knowledge. Mains nu jeda sab to bada khadda hai, what is the quagmire, what is the daldal? The quagmire is we read notes or books or booklets and then we fail. It is not about that sir, it is about framing structures. Je tusi mains likhya tusi samajh paunge is gal nu
ਕਿ ਜਦ ਆਨਸਰ ਲਿਖਣ ਦੀ ਵਾਰੀ ਆਉਂਦੀ ਹੈ ਤੁਸੀਂ ਚਾਹੇ 10 ਲੱਖ ਪੇਜ ਪੜ੍ਹੇ ਹੋਣ, ਜੋ ਆਖਰੀ ਘੰਟੇ 'ਚ 20-25 ਪੇਜ ਪੜ੍ਹੇ ਹੁੰਦੇ ਆ ਉਹੀ ਰੈਪਲੀਕੇਟ ਹੋ ਪਾਉਂਦੇ, ਬਾਕੀ ਸਾਰਾ ਜਨਰਲਿਸਟਿਕ ਆਨਸਰ 'ਚ ਸਿਲੈਕਸ਼ਨ ਨਹੀਂ ਹੁੰਦੀ ਐਟ ਬੈਸਟ। ਜੇ ਬਹੁਤ ਹੀ ਵਧੀਆ ਤੁਹਾਡੇ ਬੇਸਿਕਸ ਨੇ ਰਾਈਟਿੰਗ, ਅੰਗਰੇਜ਼ੀ ਐਕਸਪ੍ਰੈਸ਼ਨ, ਤੇ ਐਟ ਬੈਸਟ ਐਲਾਈਡ 'ਚ ਕੋਈ ਛੋਟਾ ਮੋਟਾ ਜਿਹਾ ਮਿਲ ਜਾਂਦਾ ਤੇ ਤੁਸੀਂ ਉਹਦੇ ਨਾਲ ਖੁਸ਼ ਨਹੀਂ ਹੁੰਦੇ। ਸੋ ਵੀਲ ਫੋਕਸ ਮੋਰ ਔਨ ਸਟਰਕਚਰਸ ਇਨ ਮੇਨਸ। Right, then economy, sir, GS3 economy 125 marks, another E which we actually celebrate and specialize. So economy, please be very careful. Simple ਜੇ ਸਵਾਲ ਆਉਂਦੇ ਨੇ, LPG ਤੇ ਸਵਾਲ ਆਣਾ ਸੀਗਾ, ਆ ਗਿਆ, and the land reforms ਤੇ ਪੰਜਾਬ ਦੇ ਪੇਪਰ 'ਚ ਆਣਾ ਹੀ ਆਣਾ, ਆ ਗਿਆ, ਪੰਜਾਬ ਸਪੈਸੀਫਿਕ ਕਰਤਾ ਉਹਨੂੰ, all right, no problem. Then stats, sir. This is something difficult, and I personally will not be dealing with stats. We have another teacher for that. This is something, let's say, foreign to me, French to me. So I'll not be delving into the details of this. This will be dealt by another person. So, but one thing is for sure कि भाई stats ਜਿਹੜੇ ਹਰਿਆਣਾ ਵਾਲੇ ਪੇਪਰ 'ਚ ਪੁੱਛਦੇ ਉਹ ਕੁਝ ਵੀ ਨਹੀਂ, PPSC ਵਾਲੇ take you to another level, especially last year. Right ਜੀ? So security again, 2-3 ਪੇਜਾਂ 'ਚ ਇਹਦਾ ਫਰੇਮਵਰਕ ਬਣਾ ਲੈਣਾ ਆਪਾਂ, ਇੱਕ ਪੇਜ 'ਚ ਇਹਦਾ ਬ੍ਰੌਡ ਸਟਰਕਚਰ ਬਣਾ ਲੈਣਾ, ਸਾਰੇ ਬ੍ਰੌਡ ਸਟਰਕਚਰ 'ਚ ਭਰ ਕੇ ਆ ਜਾਓ, ਆਨਸਰ ਪ੍ਰੀ ਫਾਰਮਡ ਹੋਣਾ ਸਿਕਿਉਰਿਟੀ ਦਾ, ਡੋਂਟ ਵਰੀ। ਉਹ ਸਾਡੇ ਕੁਛ ਫੋਰਸਿਸ ਵਾਲੇ ਬੰਦੇ ਆ, ਉਹ ਕਹਿੰਦੇ ਵੀ ਕੁਆਲੀਫਾਈ ਕਰ ਦਿੰਦੇ, ਕੰਡੀਸ਼ਨ ਕਰ ਦਿੰਦੇ ਕੁਐਸਚਨ ਨੂੰ, ਬਟ ਉਹਨੂੰ ਕਿੱਦਾਂ ਡੀਲ ਕਰਨਾ ਹੈ ਇੱਕੋ ਬ੍ਰੌਡ ਸਟਰਕਚਰ ਤੋਂ, ਆਈ ਵਿਲ ਟੈਲ ਯੂ ਦੈਟ, ਡੋਂਟ ਵਰੀ। ਪੰਜਾਬ ਹੇਅਰ ਅਗੇਨ ਇਜ਼ ਲਿੰਕਡ ਵਿਦ ਆਲ ਥੀਸ. So over here, Punjab economy, the economic survey answers these questions easily. Right, ji, then GS4 over here, it's not ethics, it's primarily science and technology. Ajikal science te technology. Technology is a great marks giver over here. The science wale log, jede science background to ne, they have a clear-cut advantage over here. But where is the advantage lost when we go for too technical an answer or preparation, because the paper says GS. So science ਵਾਲਿਆਂ ਦੇ ਲਈ caution ਹੈ, caveat ਹੈ, that remember the topic is general studies. Your answer should not, ਕਈ ਨਕੰਮੇ ਇਹ ਵੀ ਕਹਿੰਦੇ ਨੇ ਕਿ ਤੁਹਾਡਾ ਅਗਰ ਸਪੋਜ਼ ਜੋਗ੍ਰਾਫੀ ਆਪਸ਼ਨਲ ਹੈ, ਪੋਲੀਟੀਕਲ ਸਾਇੰਸ ਆਪਸ਼ਨਲ ਹੈ, ਐਸੇ ਆ ਗਿਆ ਅਗਰ ਜੇ ਪੋਲੀਟੀਕਲ ਸਾਇੰਸ ਤੇ ਤਾਂ ਉਹ ਅਟੈਂਪਟ ਕਰੋ। ਉਹ ਨਹੀਂ ਜਨਾਬ, ਤੁਸੀਂ ਥਿੰਕਰ ਲਿਖੋਗੇ, ਜਨਰਲ ਸਾਇੰਸ ਹੁੰਦੀ ਹੈ ਐਸੇ, ਥਿੰਕਰ ਲਿਖੋਗੇ, ਥਿਊਰੀਜ਼ ਲਿਖੋਗੇ, ਤੁਹਾਡੇ ਨੰਬਰ ਆਣੇ ਨੇ। ਸਾਡੇ ਨਾਲ ਦੇ ਸੀਗੇ, ਹੀ ਗੋਟ ਇਨ UPSC ਦੀ ਗੱਲ ਦੱਸ ਰਹੇ, 250 'ਚ ਪੂਰਾ ਸਹੀ ਜਾ ਕੇ ਆਪਸ਼ਨਲ ਪੋਲੀਟੀਕਲ ਸਾਇੰਸ ਨੰਬਰ ਲਿਖ ਕੇ ਆਏ ਜੀ 85। ਵਾਸ ਦੈਟ ਨਥਿੰਗ। ਸੋ GS ਦੇ ਪੇਪਰ 'ਚ ਸਟੇ ਅਲੂਫ ਫਰੋਮ ਯੋਰ ਆਪਸ਼ਨਲ, ਯੋਰ ਜੈਂਡਰ ਔਰ ਯੋਰ ਆਪਸ਼ਨਲ ਸ਼ੁੱਡ ਨਾਟ ਬੀ ਰਿਫਲੈਕਟਡ ਓਵਰ ਹੇਅਰ। So 160 marks for this, 45 for this. For example, we'll talk about details tomorrow, but water scarcity. Water scarcity is very important. So these kind of things, rice and its cultivation, crop diversification, climate change, agri-sustainability, that becomes very important. Right? Problem solving and decision making, 15 marks. This needs a format, nothing else. Just put it in a format, in proper format, you will get 50% of the marks, even if your last decision does not convince the examiner so much, your format will. That's what we'll develop. Right, then again, Punjab 30 marks would develop on or dwell upon these 3 themes as well. Punjab 30 marks to decision making, V on that. So again, format will give you the marks. Right, Ji. So before going ahead, coming to you for questions, mains the sadi approach, sir, I have told you in the answer writing free sessions as well, कि we'll try to form more of structures, add content in the form of structure, add ਕਰਨ ਲਈ examples ਤੇ data ਤੇ case studies ਤੇ another one is keywords. And then we'll, after this, we have done this, we'll just form a list of introductions and conclusions. ਇਹ ਮੈਂ ਸਾਰੇ ਆਪਣੇ ਨਾਲ ਦੇ ਲੋਕਾਂ ਨੂੰ ਵੀ ਰਿਕਮੈਂਡ ਕਰਾਂਗਾ, ਇੱਕ ਵਾਰੀ ਸੁਣ ਕੇ ਇਹ ਮੈਥਡ ਫੋਲੋ ਕਰ ਲਓ, ਇਹਦੇ ਨਾਲ ਬੜੀ ਵਧੀਆ ਰਿਜ਼ਲਟ ਆਉਂਦੇ ਨੇ। And now we'll not be covering whole of the main syllabus in the mains crash course, which is, by the way, complimentary for you in this course. So
ਮੇਨਸ ਕ੍ਰੈਸ਼ ਕੋਰਸ ਚ ਆਪਾਂ ਇਦਾਂ ਕਰਨਾ 40 ਤੋਂ 50 ਟੌਪਿਕ ਟੋਟਲ ਕਰ ਲੈਣੇ ਤੇ ਉਹਨੂੰ ਕੁਐਸਚਨ ਤੇ ਆਨਸਰ ਫਾਰਮੈਟ ਚ ਕਰਨਾ। ਉਹਦੇ ਬਾਅਦ ਇਹ ਸਟਰਕਚਰਸ ਡਿਵੈਲਪ ਕਰਕੇ ਥੀਮੈਟਿਕ ਡਿਵੀਜ਼ਨ ਕਰਕੇ ਸਿਲੇਬਸ ਦੀ ਉਹ ਕਵਰੇਜ ਕਰਕੇ we want to end up at 30 to 40 pages ਜਿਹੜੇ 30 to 40 broad structures ਹੋਣਗੇ ਜਿਨ੍ਹਾਂ 'ਚ ਇਹ ਚੀਜ਼ਾਂ ਹੋਣਗੀਆਂ ਐਗਜ਼ਾਮਪਲਸ ਡੇਟਾ ਕੇਸ ਸਟੱਡੀ ਐਂਡ ਕੀਵਰਡਸ ਅਲੋਂਗ ਵਿਦ ਸਟਰਕਚਰਸ ਤੇ ਇਹ 30 ਤੋਂ 40 ਜਾਂ ਮੈਕਸਿਮਮ 50 ਪੇਜ ਆਪਾਂ ਮੇਨਸ ਤੋਂ ਕੋਸ਼ਿਸ਼ ਕਰਾਂਗੇ ਵੀ 1 ਮਹੀਨਾ ਪਹਿਲਾਂ। ਕੋਸ਼ਿਸ਼ ਕਿਉਂ ਕਹਿ ਰਹੇ ਹਾਂ ਬਿਕੋਜ਼ ਦੇ ਆਰ ਵੈਰੀ ਅਨਸਰਟਨ। ਰਿਜ਼ਲਟ ਡਿਕਲੇਅਰ ਕਰਦੇ ਹੀ 10 ਦਿਨ ਬਾਅਦ ਮੇਨਸ ਕਹਿ ਦਿੰਦੇ ਆ। ਸੋ ਜੇ 3 ਮਹੀਨੇ ਦਿੱਤੇ ਨਾਰਮਲ ਟਾਈਮ, so 30 days before the exam we'll reach these 50 pages, and in these 30 days we'll revise these 50 pages 100 times and jaake pura paper easily karke avange. No need to worry at all. Right, so this is our broad approach to mains. Tomorrow we'll have a specific session on component wise depth and in-depth analysis for mains. Right, so now I'll be coming back to you guys. ਜੇ ਕੋਈ ਸਵਾਲ ਹੋਏ ਕੋਈ ਇਸ਼ੂ ਹੋਏ ਤਾਂ ਪਲੀਜ਼ ਮੈਨੂੰ ਦੱਸ ਦਿਓ।